ਧੰਨ ਵਾਹਿਗੁਰੂ ਸਾਹਿਬ ਜੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1369 ਅੰਗ ਤੇ ਵਿਚਾਰ ਕੀਤੀ। 1370 ਅੰਗ ਤੇ ਭਗਤ ਕਬੀਰ ਜੀ ਦੇ ਸਲੋਕਾਂ ਤੇ ਵਿਚਾਰ ਕਰੀਏ। ਸਤਿਗੁਰੂ ਜੀ ਆਪ ਹੀ ਮਿਹਰ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਜੇ ਤੇ ਪਾਪ ਕੀਏ, ਰਾਖੇ ਤਲੈ ਦੁਰਾਏ। ਪ੍ਰਗਟ ਭਏ ਨਿਦਾਨ ਸਭ, ਜਬ ਪੂਛੇ ਧਰਮ ਰਾਏ। ਕਬੀਰ ਜੀ ਕਹਿੰਦੇ ਹਨ, ਪੁਰਸ਼ ਨੇ ਜਿਤਨੇ ਪਾਪ ਕੀਤੇ ਸਨ, ਉਹ ਹੇਠਾਂ ਆਪਣੇ ਹਿਰਦੇ ਅੰਦਰ ਲੁਕਾ ਕੇ ਰੱਖੇ ਸਨ, ਪਰ ਉਹ ਸਾਰੇ ਹੀ ਅੰਤ ਨੂੰ ਪ੍ਰਗਟ ਹੋ ਜਾਂਦੇ ਹਨ ਜਦ ਧਰਮ ਰਾਜ ਪੁੱਛਦਾ ਹੈ। ਕਬੀਰ ਹਰ ਕਾ ਸਿਮਰਨ ਛਾੜ ਕੈ, ਪਾਲੋ ਬਹੁਤ ਕੁਟੁੰਬ। ਧੰਦਾ ਕਰਤਾ ਰਹਿ ਗਿਆ, ਭਾਈ ਰਿਆ ਨਾ ਬੰਧ। ਕਬੀਰ ਜੀ ਕਹਿੰਦੇ ਹਨ, ਪੁਰਸ਼ ਨੇ ਪਰਮਾਤਮਾ ਦਾ ਸਿਮਰਨ ਛੱਡ ਕੇ ਇਸਤਰੀ ਪੁੱਤਰ ਆਦਿ ਦੀ ਪਾਲਣਾ ਕੀਤੀ, ਪਰ ਇਸ ਤਰ੍ਹਾਂ ਸੰਸਾਰਕ ਕੰਮ ਕਰਦਾ ਕਰਦਾ ਹੀ ਪਰਮਾਤਮਾ ਦੇ ਸਿਮਰਨ ਵੱਲੋਂ ਰਹਿ ਗਿਆ। ਅੰਤ ਨੂੰ ਨਾ ਕੋਈ ਉਸ ਦਾ ਭਾਈ ਅਤੇ ਨਾ ਕੋਈ ਸੰਬੰਧੀ ਰਿਹਾ। ਕਬੀਰ ਹਰ ਕਾ ਸਿਮਰਨ ਛਾੜ ਕੈ, ਰਾਤ ਜਗਾਵਨ ਜਾਏ। ਸਰਪਨ ਹੋਏ ਕੈ ਅਉਤਰੈ, ਜਾਏ ਆਪਣੇ ਖਾਏ। ਹੇ ਕਬੀਰ, ਜਿਹੜੀ ਇਸਤਰੀ ਹਰੀ ਦਾ ਸਿਮਰਨ ਛੱਡ ਕੇ ਰਾਤ ਨੂੰ ਮੜੀਆਂ ਵਿੱਚ ਮਸਾਣ ਜਗਾਉਣ ਜਾਂਦੀ ਹੈ, ਉਹ ਸਪਣੀ ਹੋ ਕੇ ਸਰਪ ਜੂਨ ਵਿੱਚ ਜੰਮਦੀ ਹੈ ਅਤੇ ਆਪਣੇ ਹੀ ਜਾਏ ਬੱਚਿਆਂ ਨੂੰ ਖਾਂਦੀ ਹੈ। ਕਬੀਰ ਹਰ ਕਾ ਸਿਮਰਨ ਛਾੜ ਕੈ, ਐ ਹੋਈ ਰਾਖੈ ਨਾਰ। ਗਦਹੀ ਹੋਏ ਕੈ ਅਉਤਰੈ, ਭਾਰ ਸਹਿ ਮਨ ਚਾਰ। ਹੇ ਕਬੀਰ, ਜਿਹੜੀ ਇਸਤਰੀ ਪਰਮਾਤਮਾ ਦਾ ਸਿਮਰਨ ਛੱਡ ਕੇ ਇਹ ਹੋਈ ਸੀਤਲਾ ਦੇਵੀ ਦਾ ਵਰਤ ਰੱਖਦੀ ਹੈ, ਉਹ ਸੀਤਲਾ ਦੀ ਸਵਾਰੀ ਵਾਸਤੇ ਖੋਤੀ ਹੋ ਕੇ ਜੰਮਦੀ ਹੈ ਅਤੇ ਪਿੱਠ ਉੱਤੇ 4 ਮਣ ਦਾ ਭਾਰ ਸਹਾਰਦੀ ਚੁੱਕਦੀ ਹੈ। ਕਬੀਰ ਚਤੁਰਾਈ ਅਤ ਘਾਣੀ, ਹਰ ਜਪ ਹਿਰਦੈ ਮਾਹੀ। ਸੂਰੀ ਉਪਰ ਖੇਲਨਾ, ਗਿਰੈ ਤਾਂ ਠਾਹਰ ਨਾਹੀ। ਕਬੀਰ ਜੀ ਕਹਿੰਦੇ ਹਨ, ਜੇਕਰ ਤੂੰ ਬਹੁਤ ਚਤੁਰ ਹੈ, ਤੇਰੇ ਪਾਸ ਬਹੁਤ ਚਤੁਰਾਈ ਹੈ, ਤਾਂ ਹੇ ਪੁਰਸ਼, ਹਰੀ ਪਰਮਾਤਮਾ ਨੂੰ ਹਿਰਦੇ ਵਿੱਚ ਜਪ। ਹਰੀ ਸਿਮਰਨ ਕਰਨਾ ਸੂਲੀ ਉੱਪਰ ਚੜ੍ਹਨ ਦੇ ਬਰਾਬਰ ਹੈ। ਇਸ ਹਰੀ ਸਿਮਰਨ ਤੋਂ ਜੇ ਡਿੱਗ ਪਵੇਂਗਾ, ਭਾਉ ਇਸ ਨੂੰ ਭੁੱਲ ਜਾਏਗਾ, ਤਾਂ ਫਿਰ ਤੇਰੀ ਹੋਰ ਕੋਈ ਥਾਂ ਨਹੀਂ। ਕਬੀਰ ਸੋਈ ਮੁਖ ਧਨ ਹੈ, ਜਾ ਮੁਖ ਕਹੀਐ ਰਾਮ।
ਦੇਹੀ ਕਿਸ ਕੀ ਬਾਪੂਰੀ, ਪਵਿੱਤਰ ਹੋਏਗੋ ਗ੍ਰਾਮ। ਕਬੀਰ ਜੀ ਕਹਿੰਦੇ ਹਨ, ਉਹੀ ਮੂੰਹ ਧਨ ਹੈ ਜਿਸ ਨਾਲ ਪਰਮਾਤਮਾ ਦਾ ਨਾਮ ਕਿਹਾ ਜਾਂਦਾ ਹੈ। ਸਰੀਰ ਵਿਚਾਰੇ ਦੀ ਕਿਹੜੀ ਗੱਲ ਹੈ, ਉਹ ਸਾਰਾ ਨਗਰ ਹੀ ਪਵਿੱਤਰ ਹੋ ਜਾਏਗਾ ਜਿਸ ਵਿੱਚ ਰਾਮ ਦਾ ਨਾਮ ਲਿਆ ਜਾਏਗਾ। ਕਬੀਰ ਸੋਈ ਕੁਲ ਭਲੀ, ਜਾ ਕੁਲ ਹਰ ਕੋ ਦਾਸ। जेह कुल दास ना उपजै, सो कुल टाक पलास। ਕਬੀਰ ਜੀ ਕਹਿੰਦੇ ਹਨ, ਉਹ ਕੁਲ ਚੰਗੀ ਹੈ ਜਿਸ ਕੁਲ ਵਿੱਚ ਪਰਮਾਤਮਾ ਦਾ ਭਗਤ ਪੈਦਾ ਹੋਵੇ। ਜਿਸ ਕੁਲ ਵਿੱਚ ਭਗਤ ਪੈਦਾ ਨਹੀਂ ਹੁੰਦਾ, ਉਹ ਕੁਲ ਛੀਛਰੇ ਤੇ ਕੇਸੂ ਦੇ ਬੂਟਿਆਂ ਵਾਂਗੂ ਨਿਸਫਲ ਹੈ। ਕਬੀਰ ਹੈ ਗਏ ਬਾਹਨ ਸਗਲ ਘਨ, ਲਾਖ ਧਜਾ ਫਹਿਰਾਏ। ਇਆਂ ਸੁਖ ਤੇ ਭਿਖਿਆ ਭਲੀ, ਜੋ ਹਰ ਸਿਮਰਤ ਦਿਨ ਜਾਏ। ਕਬੀਰ ਜੀ ਕਹਿੰਦੇ ਹਨ, ਘੋੜੇ, ਗਾਏਂ, ਹਾਥੀ ਅਤੇ ਵਾਹਨ ਸਵਾਰੀ ਕਰਨ ਲਈ ਬਹੁਤ ਬੇਅੰਤ ਹੋਣ ਅਤੇ ਲੱਖਾਂ ਹੀ ਝੰਡੇ ਝੂਲਦੇ ਹੋਣ, ਇਤਨੇ ਸੁਖ ਨਾਲੋਂ ਉਹ ਭਿਖਿਆ ਚੰਗੀ ਹੈ ਜਿਸ ਵਿੱਚ ਪਰਮਾਤਮਾ ਦਾ ਸਿਮਰਨ ਕਰਦਿਆਂ ਦਿਨ ਬਤੀਤ ਹੋਵੇ। ਕਬੀਰ ਸਭ ਜਗ ਹੋ ਫਿਰੋ, ਮਾਂਦਲ ਕੰਧ ਚੜਾਏ। ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਜਾਏ। ਕਬੀਰ ਜੀ ਕਹਿੰਦੇ ਹਨ, ਮੋਢਿਆਂ ਤੇ ਢੋਲ ਚੁੱਕੇ ਮੈਂ ਸਾਰੇ ਜਗਤ ਵਿੱਚ ਵਜਾਉਂਦਾ ਫਿਰਿਆ ਹਾਂ ਅਤੇ ਨਿਰਣੇ ਕਰਕੇ ਵੇਖਿਆ ਹੈ ਕਿ ਕੋਈ ਵੀ ਕਿਸੇ ਦਾ ਨਹੀਂ ਹੈ। ਮਾਰਗ ਮੋਤੀ ਬਿਥਰੇ, ਅੰਧਾ ਨਿਕ ਸੋ ਆਏ। ਜੋਤ ਬਿਨਾ ਜਗਦੀਸ਼ ਕੀ, ਜਗਤ ਉਲੰਘੇ ਜਾਏ। ਹੇ ਕਬੀਰ, ਉਮਰ ਰੂਪੀ ਰਸਤੇ ਵਿੱਚ ਮੋਤੀ ਸ਼ੁਭ ਗੁਣ ਖਿੰਡਰੇ ਪਏ ਹਨ ਤੇ ਇੱਕ ਅੰਨਾ ਗਿਆਨਹੀਨ ਉਧਰ ਆ ਨਿਕਲਿਆ। ਉਹ ਅੰਨਾ ਪੁਰਸ਼ ਪਰਮਾਤਮਾ ਦੀ ਜੋਤ ਬਖਸ਼ੀਸ਼ ਤੋਂ ਬਿਨਾ ਸਾਰਾ ਜਗਤ ਹੀ ਲੰਘਦਾ ਜਾ ਰਿਹਾ ਹੈ, ਪਰ ਸ਼ੁਭ ਗੁਣਾਂ ਨੂੰ ਗ੍ਰਹਿਣ ਨਹੀਂ ਕਰਦਾ। ਬੂढ़ा ਬੰਸ ਕਬੀਰ ਕਾ, ਉਪਜਿਓ ਪੂਤ ਕਮਾਲ। ਹਰ ਕਾ ਸਿਮਰਨ ਛਾੜ ਕੈ, ਘਰ ਲੈ ਆਇਆ ਮਾਲ। ਕਬੀਰ ਜੀ ਕਹਿੰਦੇ ਹਨ ਕਿ ਕਬੀਰ ਦਾ ਸਾਰਾ ਬੰਸ ਡੂਬ ਗਿਆ ਹੈ। ਸੰਸਾਰਕ ਧੰਦਿਆਂ ਵਿੱਚ ਜਿਸ ਦੇ ਘਰ ਕਮਾਲਾ ਪੁੱਤਰ ਪੈਦਾ ਹੋਇਆ ਹੈ, ਪਰਮਾਤਮਾ ਦਾ ਸਿਮਰਨ ਛੱਡ ਕੇ ਪੁੱਤਰ ਮੋਹ ਮਾਇਆ ਦਾ ਮਾਲ ਘਰ ਹਿਰਦੇ ਵਿੱਚ ਲੈ ਆਇਆ ਹੈ। ਕਬੀਰ ਸਾਧੂ ਕੋ ਮਿਲਨੇ ਜਾਈਐ, ਸਾਥ ਨਾ ਲੀਜੈ ਕੋਈ। ਪਾਛੈ ਪਾਉ ਨਾ ਦੀਜੀਐ, ਆ ਗਏ ਹੋਏ ਸੋ ਹੋਈ। ਕਬੀਰ ਜੀ ਕਹਿੰਦੇ ਹਨ, ਜੇਕਰ ਸਾਧੂ ਮਹਾਤਮਾ ਨੂੰ ਮਿਲਣ ਜਾਈਏ ਤਾਂ ਆਪਣੇ ਨਾਲ ਹੋਰ ਕਿਸੇ ਨੂੰ ਨਾ ਲਈਏ। ਇੱਕ ਵਾਰ
ਤੁਰ ਕੇ ਫਿਰ ਪਿੱਛੇ ਪੈਰ ਨਾ ਰੱਖੀਏ। ਅੱਗੋਂ ਜੋ ਹੋਵੇ ਸੋ ਹੋਵੇ, ਅਰਥਾਤ ਸਾਧੂ ਨੂੰ ਮਿਲਣ ਜਾਣ ਵਾਸਤੇ ਇੱਕ ਮਨ ਹੋ ਕੇ ਜਾਣਾ ਚਾਹੀਦਾ ਹੈ। ਦੂਚਿੱਤੇ ਮਨ ਨਾਲ ਨਹੀਂ। ਇੱਕ ਵਾਰ ਘਰੋਂ ਪੈਰ ਪੁੱਟ ਕੇ ਫਿਰ ਪਿੱਛੋਂ ਨਹੀਂ ਮੁੜਨਾ ਚਾਹੀਦਾ। ਅੱਗੇ ਭਾਵੇਂ ਕਿੰਨੀਆਂ ਹੀ ਔਕੜਾਂ ਹੋਣ। ਕਬੀਰ ਜਗ ਬਾਧੋ ਜਹ ਜੇਵਰੀ, ਤੇਹ ਮਤ ਬੰਧੋ ਕਬੀਰ। ਜਹ ਆਟਾ ਲੋਨ ਜੋ, ਸੋਨ ਸਮਾਨ ਸਰੀਰ। ਹੇ ਕਬੀਰ, ਮਾਇਆ ਮੋਹ ਦੀ ਜਿਸ ਰੱਸੀ ਨਾਲ ਜਗਤ ਜੀਵ ਬੰਧੇ ਹੋਏ ਹਨ, ਜਿਸ ਨਾਲ ਆਪ ਨੂੰ ਨਾ ਬੰਨ ਲਈ। ਜੇ ਇਸ ਤਰ੍ਹਾਂ ਕਰੇਗਾ ਤਾਂ ਇਹ ਸੋਨੇ ਵਰਗਾ ਸਰੀਰ ਜੈ ਹੀ ਚਲਿਆ ਜਾਏਗਾ। ਲੂਣ ਤੇ ਆਟੇ ਦੀ ਤਰ੍ਹਾਂ ਸਸਤੇ ਭਾਅ ਵਿਅਰਥ ਹੀ ਚਲਿਆ ਜਾਏਗਾ। ਕਬੀਰ ਹੰਸ ਉਡੋ ਤਨ ਗਾਡੋ, ਸੋਝਾਈ ਸੈ ਨਾਹ। ਅਜੋ ਜਿਉ ਨਾ ਛੋਡੋਈ, ਰਨ ਕਾਈ ਨੈ ਨਾਹ। ਕਬੀਰ ਜੀ ਕਹਿੰਦੇ ਹਨ, ਜਦ ਜੀਵ ਆਤਮਾ ਨਿਕਲਣ ਵਾਲਾ ਹੈ, ਸਰੀਰ ਸਥਿਰ ਹੋ ਰਿਹਾ ਹੈ, ਫਿਰ ਵੀ ਸੈਨਤ ਇਸ਼ਾਰਿਆਂ ਨਾਲ ਹੀ ਸੰਬੰਧੀਆਂ ਨੂੰ ਕੁਝ ਰੱਖਿਆ ਰਖਾਇਆ ਸਮਝਾਉਂਦਾ ਹੈ। ਇਸ ਅੰਤ ਸਮੇਂ ਵੀ ਜੀਵ ਅੱਖਾਂ ਦੀ ਕੰਗਾਲਤਾ ਨਹੀਂ ਛੱਡਦਾ। ਕਬੀਰ ਨੈਣ ਨਿਹਾਰੋ ਤੁਝ ਕੋ, ਸਰਵਣ ਸੁਨੋ ਤੈ ਨਾਉ। ਬੈਨ ਉਚਰੋ ਤੈ ਨਾਮ ਜੀ, ਚਰਨ ਕਮਲ ਰਿਦ ਠਾਓ। ਕਬੀਰ ਜੀ ਕਹਿੰਦੇ ਹਨ, ਹੇ ਪਰਮਾਤਮਾ, ਮੈਂ ਅੱਖਾਂ ਨਾਲ ਤੈਨੂੰ ਵੇਖਦਾ ਰਹਾ, ਕੰਨਾਂ ਨਾਲ ਤੇਰਾ ਨਾਮ ਸੁਣਦਾ ਰਹਾ, ਬਚਨਾਂ ਕਰਕੇ ਜੀਭ ਨਾਲ ਤੇਰਾ ਨਾਮ ਲੈਂਦਾ ਰਹਾ ਅਤੇ ਤੇਰੇ ਚਰਨ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਥਾਂ ਦੇ ਕੇ ਵਸਾਵਾਂ। ਕਬੀਰ ਸਵਰਗ ਨਰਕ ਤੇ ਮੈਂ ਰਹੂੰ, ਸਤਿਗੁਰੂ ਕੇ ਪ੍ਰਸਾਦ। ਚਰਨ ਕਮਲ ਕੀ ਮੋਜ में ਰਹੂੰ ਅੰਤ ਅਰ ਆਦ। ਕਬੀਰ ਜੀ ਕਹਿੰਦੇ ਹਨ, ਨਰਕ ਸਵਰਗ ਤੋਂ ਮੈਂ ਬਚ ਗਿਆ ਹਾਂ। ਸਤਿਗੁਰੂ ਜੀ ਦੀ ਕਿਰਪਾ ਨਾਲ ਮੈਂ ਪਰਮਾਤਮਾ ਦੇ ਚਰਨ ਕਮਲਾਂ ਦੀ ਯਾਦ ਵਿੱਚ ਸਦਾ ਹੀ ਸ਼ੁਰੂ ਤੋਂ ਅੰਤ ਤੱਕ ਆਨੰਦ ਰਹਿੰਦਾ ਹਾਂ। ਕਬੀਰ ਚਰਨ ਕਮਲ ਕੀ ਮੋਜ ਕੋ, ਕਹੇ ਕੈਸੇ ਉਨਮਾਨ। ਕਹਿਬੇ ਕੋ ਸ਼ੋਭਾ ਨਹੀਂ, ਦੇਖਾ ਹੀ ਪਰਵਾਨ। ਕਬੀਰ ਜੀ ਕਹਿੰਦੇ ਹਨ, ਪਰਮਾਤਮਾ ਦੇ ਚਰਨ ਕਮਲਾਂ ਦੇ ਆਨੰਦ ਨੂੰ ਮੈਂ ਕਿਸ ਤਰ੍ਹਾਂ ਅਨੁਮਾਨ ਨਾਲ ਦੱਸ ਸਕਦਾ ਹਾਂ ਕਿ ਕਿੰਨਾ ਕੁ ਆਨੰਦ ਹੈ। ਇਸ ਮੋਜ ਆਨੰਦ ਨੂੰ ਕਹਿਣਾ ਸੋਭਦਾ ਨਹੀਂ, ਇਹ ਤਾਂ ਵੇਖਣ ਨਾਲ ਹੀ ਪਤਾ ਲੱਗ ਸਕਦਾ ਹੈ। ਕਬੀਰ ਦੇਖ ਕੈ ਕੀ ਕਹੂੰ, ਕਹੇ ਨਾ ਕੋ ਪਤਿਆਏ। ਹਰ ਜੈਸਾ ਤੈਸਾ ਉਹੀ, ਰਹੋ ਹਰਖ ਗੁਣ ਗਾਏ। ਏ ਕਬੀਰ,
ਚਰਨ ਕਮਲਾਂ ਦੀ ਮੋਜ ਨੂੰ ਵੇਖ ਕੇ ਮੈਂ ਕਿਸ ਨੂੰ ਦੱਸਾਂ, ਕਿਉਂਕਿ ਦੱਸਣ ਨਾਲ ਕਿਸੇ ਨੂੰ ਤਸੱਲੀ ਨਹੀਂ ਹੁੰਦੀ। ਇਹ ਕਹਿਣਾ ਠੀਕ ਹੈ ਕਿ ਪਰਮਾਤਮਾ ਜੈਸਾ ਹੈ ਵੈਸਾ ਹੀ ਹੈ। ਇਸ ਕਰਕੇ ਮੈਂ ਉਸ ਦੇ ਗੁਣ ਗਾ ਗਾ ਕੇ ਖੁਸ਼ੀ ਵਿੱਚ ਟਿਕਿਆ ਰਹਿੰਦਾ ਹਾਂ। ਸਾਧ ਸੰਗਤ ਜੀ, ਹੋਈਆਂ ਗਲਤੀਆਂ ਮਾਫ਼ ਕਰਨਾ। ਕੱਲ 1371 ਅੰਗ ਤੇ ਵਿਚਾਰ ਹੋਏਗੀ। ਸਾਧ ਸੰਗਤ ਜੀ, ਚੈਨਲ ਪਰਮਾਤਮ ਕੀ ਮੌਜ ਨੂੰ ਸਬਸਕ੍ਰਾਈਬ, ਲਾਈਕ ਤੇ ਸ਼ੇਅਰ ਕਰੋ। ਗੁਰਬਾਣੀ ਨਾਲ ਜੁੜੋ ਤੇ ਗੁਰਬਾਣੀ ਦੀ ਉਪਮਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।